Everyone, hope you all are doing well. So welcome to all of you on my YouTube channel. So ਇਹ ਵੀਡੀਓ ਮੈਂ ਸਪੈਸ਼ਲੀ ਬਣਾਈ ਹੈ for speaking module that important things to keep in mind about speaking module ਕਿ ਤੁਹਾਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਸਪੀਕਿੰਗ ਦੀ ਪ੍ਰੈਕਟਿਸ ਕਰਦੇ ਹੋ ਜਾਂ ਫਿਰ ਆਪਣੇ ਫਾਈਨਲ ਐਗਜ਼ਾਮ ਵਾਸਤੇ ਤੁਸੀਂ ਜਾ ਰਹੇ ਹੋ। ਸੋ ਇਸ ਦੇ ਵਿੱਚ ਮੈਂ ਕੁਝ ਪੁਆਇੰਟਸ ਨੋਟ ਡਾਊਨ ਕੀਤੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਜੋ ਕਿ ਤੁਹਾਡੀ ਹੈਲਪ ਕਰਨਗੇ ਸਪੀਕਿੰਗ ਦੀ ਪ੍ਰੈਕਟਿਸ ਦੇ ਵਿੱਚ ਕਿ ਤੁਸੀਂ ਕਿਹੜੇ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਜਦੋਂ ਤੁਸੀਂ ਸਪੀਕਿੰਗ ਦੀ ਪ੍ਰੈਕਟਿਸ ਕਰਨੀ ਹੈ। ਸੋ ਜੀ ਫਸਟ ਚੀਜ਼ ਜੋ ਮੈਂ ਲਿਖੀ ਹੈ ਦੈਟ ਇਜ਼ ਅਬਾਊਟ ਡੂ ਨਾਟ ਰਿਲਾਈ ਔਨ ਦਾ ਗੈਸ ਵਰਕ ਓਨਲੀ। ਐਸ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਸਾਰੇ ਮੱਕੜ ਦੀ PDF ਸਭ ਦੇ ਕੋਲ ਹੁਣ ਦੇ ਟਾਈਮ ਦੇ ਵਿੱਚ ਹੈਗੀਆਂ ਨੇ ਤਾਂ ਸਾਰੇ ਉਸ ਗੈਸ ਵਰਕ ਦੇ ਉੱਪਰ ਬਿਲਕੁਲ ਹੀ ਡਿਪੈਂਡੈਂਟ ਹੋਏ ਪਏ ਨੇ ਕਿ ਹਾਂਜੀ ਜੋ ਵੀ ਕਿਊ ਕਾਰਡ ਮੱਕੜ ਦੀ PDF ਦੇ ਵਿੱਚ ਸਾਨੂੰ ਗਿਵਨ ਹੈ ਉਹੀ ਕਿਊ ਕਾਰਡ ਸਾਨੂੰ ਆਏਗਾ। ਨੋ ਡਾਊਟ ਉਸ ਦੇ ਵਿੱਚੋਂ ਬਹੁਤ ਸਾਰੇ ਕਿਊ ਕਾਰਡਸ ਆ ਰਹੇ ਨੇ ਬਟ ਦ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ ਪ੍ਰੈਕਟਿਸ ਕਰਨ ਦੇ ਟਾਈਮ ਉਹ ਇਹ ਹੈ ਕਿ ਤੁਸੀਂ ਜਦੋਂ ਪ੍ਰੈਕਟਿਸ ਕਰ ਰਹੇ ਹੋ ਤਾਂ ਤੁਸੀਂ ਨਾਲ ਉਹਨਾਂ ਦੇ ਸਿਨੋਨਿਮ ਵੀ ਲਰਨ ਕਰੋ ਜੋ ਤੁਹਾਨੂੰ ਉਹਨਾਂ ਨੇ ਕੰਟੈਂਟ ਦਿੱਤਾ ਹੋਇਆ ਜੋ ਤੁਹਾਡਾ ਟੌਪਿਕ ਹੈ। ਕੁਝ ਬੱਚੇ ਕੀ ਕਰਦੇ ਨੇ ਕਿ ਐਜ਼ ਇਟ ਇਜ਼ ਜੋ ਕਿਊ ਕਾਰਡ ਦਿੱਤਾ ਹੋਇਆ ਉਹਦੀ ਪ੍ਰੈਕਟਿਸ ਕਰਕੇ ਚਲੇ ਜਾਂਦੇ ਨੇ ਤਾਂ ਜਦੋਂ ਐਗਜ਼ਾਮੀਨਰ ਉੱਥੇ ਤੁਹਾਨੂੰ ਕਿਊ ਕਾਰਡ ਪੁੱਛਦਾ ਹੈ ਤਾਂ ਟੌਪਿਕ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਸਿਨੋਨਿਮ ਨਹੀਂ ਲਰਨ ਕਰਦੇ, ਤੁਸੀਂ ਜਸਟ ਜਿੱਦਾਂ ਹੁਣ ਉਹਨੇ ਤੁਹਾਨੂੰ ਕਿਊ ਕਾਰਡ ਦਿੱਤਾ ਕਿ ਟਾਕ ਅਬਾਊਟ ਐਨ ਇੰਟਰਸਟਿੰਗ ਸੌਂਗ, ਠੀਕ ਹੈ ਤਾਂ ਤੁਸੀਂ ਇੰਟਰਸਟਿੰਗ ਤੁਹਾਨੂੰ ਯਾਦ ਹੈ ਤਾਂ ਉੱਥੇ ਤੁਹਾਨੂੰ ਐਗਜ਼ਾਮੀਨਰ ਨੇ ਪੁੱਛਿਆ ਕਿ ਟਾਕ ਅਬਾਊਟ ਅ ਸੌਂਗ ਵਿਚ ਫੈਸੀਨੇਟਸ ਯੂ ਅਲਾਟ। ਹੁਣ ਇੰਟਰਸਟਿੰਗ ਦਾ ਔਰ ਫੈਸੀਨੇਟ ਦਾ ਦੋਨਾਂ ਦਾ ਸਿਮਿਲਰ ਮੀਨਿੰਗ ਹੈ। ਜਿਸ ਬੱਚੇ ਨੂੰ ਤਾਂ ਪਤਾ ਹੈ ਉਸ ਦੇ ਵਾਸਤੇ ਕਿਊ ਕਾਰਡ ਨੂੰ ਐਕਸਪਲੇਨ ਕਰਨਾ ਬਹੁਤ ਈਜ਼ੀ ਹੈ ਬਟ ਜਿਸ ਨੂੰ ਇਸ ਦਾ ਵਰਡ ਮੀਨਿੰਗ ਨਹੀਂ ਪਤਾ, ਇਸ ਦੇ ਸਿਨੋਨਿਮ ਨਹੀਂ ਪਤਾ ਤਾਂ ਉਹ ਕੀ ਸੋਚੂਗਾ ਕਿ ਮੈਨੂੰ ਤਾਂ PDF ਤੋਂ ਬਾਹਰ ਹੀ ਕਿਊ ਕਾਰਡ ਆ ਗਿਆ। ਸੋ ਜਦੋਂ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ ਤੁਸੀਂ ਕੀ ਕਰਨਾ, ਸਿਰਫ ਇਕੱਲੇ ਗੈਸ ਵਰਕ ਦੇ ਉੱਪਰ ਨਹੀਂ ਡਿਪੈਂਡ ਰਹਿਣਾ ਹੈਗਾ। ਤੁਸੀਂ ਰੈਂਡਮ ਕੋਈ ਵੀ ਕਿਊ ਕਾਰਡ ਚੱਕ ਲਓ ਉਸ ਦੇ ਉੱਪਰ ਵੀ ਪ੍ਰੈਕਟਿਸ ਕਰਿਆ ਕਰੋ ਕਿ ਤੁਹਾਨੂੰ ਜਿਹੜਾ ਮਰਜ਼ੀ ਕਿਊ ਕਾਰਡ ਆ ਜਾਏ ਤੁਹਾਡੇ ਕੋਲ ਬੋਲਣ ਦੀ ਤੁਹਾਡੇ ਵਿੱਚ ਇੰਨੀ ਕੈਪੇਬਿਲਿਟੀ ਹੋਏ ਕਿ ਤੁਸੀਂ ਉਸ ਨੂੰ ਕਰੈਕ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਜੀ ਤੁਹਾਡਾ ਬੀ ਕੌਨਫੀਡੈਂਟ ਬੀ ਸਿੰਪਲ। ਜਿੰਨਾ ਤੁਸੀਂ ਕੌਨਫੀਡੈਂਟ ਰਹੋਗੇ ਆਪਣੀ ਸਪੀਕਿੰਗ ਦਿੰਦੇ ਟਾਈਮ, ਜਿੰਨਾ ਤੁਸੀਂ ਨੈਚੁਰਲ ਬੋਲੋਗੇ ਓਨਾ ਅੱਛਾ ਬੈਂਡ ਸਕੋਰ ਤੁਸੀਂ ਆਪਣੀ ਸਪੀਕਿੰਗ ਦੇ ਵਿੱਚੋਂ ਫੈਚ ਕਰੋਗੇ। ਜਿੰਨਾ ਜ਼ਿਆਦਾ ਤੁਸੀਂ ਕੰਪਲੈਕਸ ਕਰਨ ਦਾ ਟਰਾਈ ਕਰੋਗੇ, ਠੀਕ ਹੈ, ਜਾਂ ਫਿਰ ਤੁਸੀਂ ਨਰਵਸ ਹੋ ਜਾਂਦੇ ਹੋ, ਕਈ ਵਾਰੀ ਕੁਝ ਬੱਚੇ ਨਰਵਸ ਹੋ ਜਾਂਦੇ ਨੇ ਤਾਂ ਤੁਸੀਂ ਕੀ ਕਰਨਾ ਹੈ, ਤੁਸੀਂ ਕੌਨਫੀਡੈਂਟ ਰਹਿਣਾ ਹੈ, ਓਵਰ ਕੌਨਫੀਡੈਂਟ ਨਹੀਂ ਹੋਣਾ ਹੈਗਾ ਔਰ ਟਰਾਈ ਟੂ ਬੀ ਸਿੰਪਲ। ਜਿੰਨਾ ਸਿੰਪਲ ਬੋਲੋਗੇ ਓਨਾ ਅੱਛਾ ਤੁਹਾਡਾ ਬੈਂਡ ਸਕੋਰ ਆਏਗਾ ਕਿਉਂਕਿ ਐਗਜ਼ਾਮੀਨਰ ਨੇ ਉੱਥੇ ਤੁਹਾਡੀ ਨੌਲੇਜ ਨੂੰ ਚੈੱਕ ਕਰਨਾ ਹੈ ਕਿ ਤੁਹਾਡੀ ਕਿੰਨੀ ਕੁ ਕਮਾਂਡ ਹੈ ਇਸ ਲੈਂਗੁਏਜ ਦੇ ਉੱਪਰ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਤੁਸੀਂ ਕਿੰਨੇ ਕੁ ਪੋਲਿਸ਼ਿੰਗ ਵਰਡ ਐਡ ਕਰ ਰਹੇ ਹੋ, ਠੀਕ ਹੈ। ਸੋ ਜਿੰਨਾ ਤੁਸੀਂ ਸਿੰਪਲ ਰਹਿ ਸਕਦੇ ਹੋ ਓਨਾ ਤੁਸੀਂ ਸਿੰਪਲ ਰਹਿ ਕੇ ਆਪਣੀ ਸਪੀਕਿੰਗ ਨੂੰ ਕਲੀਅਰ ਕਰ ਸਕਦੇ ਹੋ। ਬੀ ਫਲੂਐਂਟ ਨੋਟ ਮਚ, ਫਲੂਐਂਟ ਹੋਣੇ ਚਾਹੀਦੇ ਹੋ ਬਟ ਇੰਨਾ ਨਹੀਂ ਕਿ ਐਗਜ਼ਾਮੀਨਰ ਨੂੰ ਸਮਝ ਹੀ ਨਾ ਆਏ ਕਿ ਤੁਸੀਂ ਕੀ ਬੋਲ ਰਹੇ ਹੋ ਔਰ ਇੰਨਾ ਸਲੋ ਵੀ ਨਹੀਂ ਬੋਲਣਾ ਕਿ ਅਗਲਾ ਬੰਦਾ ਜੋ ਤੁਹਾਡੀ ਸਪੀਕਿੰਗ ਲੈ ਰਿਹਾ ਉਹ ਬਿਲਕੁਲ ਹੀ ਬੋਰ ਹੋ ਜਾਏ, ਉਸਨੂੰ ਸਮਝ ਹੀ ਨਾ ਆਏ ਕਿ ਤੁਸੀਂ ਕੀ ਬੋਲਣਾ ਚਾਹੁੰਦੇ ਹੋ। ਸੋ ਫਲੂਐਂਟ ਹੋਣੇ ਚਾਹੀਦੇ ਹੋ ਬਟ ਨਾ ਜ਼ਿਆਦਾ ਘੱਟ। ਅਵੋਇਡ ਪੋਲਿਸ਼ਿੰਗ ਵਰਡ, ਵੋਕੈਬਲਰੀ ਦੇ ਜਿਹੜੇ ਹਾਈਫਾਈ ਵਰਡ ਹੁੰਦੇ ਨੇ ਜਿਨ੍ਹਾਂ ਦਾ ਤੁਹਾਨੂੰ ਖੁਦ ਮੀਨਿੰਗ ਕਲੀਅਰ ਨਹੀਂ ਹੁੰਦਾ ਹੈਗਾ ਪਰ ਤੁਸੀਂ ਕਿਤੇ ਦੇਖ ਲਈ ਤਾਂ ਤੁਸੀਂ ਉਹਨਾਂ ਨੂੰ ਵਿੱਚ ਕੀ ਕਰਦੇ ਹੋ, ਐਡ ਔਨ ਕਰਨਾ ਸਟਾਰਟ ਕਰ ਦਿੰਦੇ ਹੋ। ਬਟ ਪਹਿਲਾਂ ਤੁਸੀਂ ਸਾਰੇ ਵੋਕੈਬਲਰੀ ਦੇ ਵਰਡਸ ਦੇ ਮੀਨਿੰਗ ਕਲੀਅਰ ਕਰੋ ਕਿ ਇਹਦਾ ਐਗਜ਼ੈਕਟ ਮੀਨਿੰਗ ਕੀ ਹੈ, ਇਹ ਸੂਟੇਬਲ ਹੈਗਾ ਇਸ ਲਾਈਨ ਦੇ ਵਿੱਚ ਤਾਂ ਹੀ ਤੁਸੀਂ ਇਸਨੂੰ ਐਡ ਕਰੋ। ਬੀ ਫੋਕਸਡ, ਯੂਅਰ ਪ੍ਰੈਜ਼ੈਂਸ ਆਫ ਮਾਈਂਡ ਮੈਟਰਸ। ਜਦੋਂ ਵੀ ਤੁਸੀਂ ਸਪੀਕਿੰਗ ਪ੍ਰੈਕਟਿਸ ਲਈ ਜਾਂਦੇ ਹੋ, ਫੋਰ ਐਗਜ਼ਾਮਪਲ ਤੁਸੀਂ ਕਿਤੇ ਵੀ ਪ੍ਰੈਕਟਿਸ ਕਰ ਰਹੇ ਹੋ, ਕਿਸੇ ਇੰਸਟੀਟਿਊਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੋ ਸਪੀਕਿੰਗ ਦੀ, ਤਾਂ ਉੱਥੋਂ ਦਾ ਮਾਹੌਲ ਔਰ ਜਦੋਂ ਤੁਸੀਂ ਐਗਜ਼ਾਮੀਨਰ ਦੇ ਕੋਲ ਜਾਂਦੇ ਹੋ ਦੋਨੋਂ ਬਹੁਤ ਡਿਫਰੈਂਟ ਹੁੰਦੇ ਆ। ਸੋ ਇਹ ਨਹੀਂ ਕਿ ਜਿਹੜਾ ਬੱਚਾ ਇੰਸਟੀਟਿਊਟ ਦੇ ਵਿੱਚ 7 ਬੈਂਡ ਫੈਚ ਕਰ ਰਿਹਾ ਹੈ, ਠੀਕ ਹੈ, ਔਰ ਉੱਥੇ ਜਾ ਕੇ ਉਸਨੂੰ 5 ਆ ਰਹੇ ਨੇ ਤਾਂ ਬਾਅਦ ਵਿੱਚ ਬੱਚੇ ਕਹਿੰਦੇ ਨੇ ਕਿ ਮੈਨੂੰ ਇੰਸਟੀਟਿਊਟ ਵਿੱਚ ਤਾਂ 7 ਆ ਰਹੇ ਸੀਗੇ ਇੱਥੇ ਮੈਨੂੰ 5 ਕਿਉਂ ਆਏ ਨੇ, ਕਿਉਂਕਿ ਤੁਹਾਡੀ ਉੱਥੇ ਪ੍ਰੈਜ਼ੈਂਸ ਆਫ ਮਾਈਂਡ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਹੋ ਸਕਦਾ ਜੋ ਤੁਹਾਡੀ ਫਾਈਨਲ ਸਪੀਕਿੰਗ ਹੈ ਤੁਸੀਂ ਨਰਵਸ ਹੋ ਗਏ ਹੋ, ਠੀਕ ਹੈ। ਸੋ ਤੁਸੀਂ ਬਿਲਕੁਲ ਫੋਕਸ ਰੱਖਣਾ ਹੈ, ਡਰਨਾ ਨਹੀਂ ਹੈ, ਘਬਰਾਉਣਾ ਨਹੀਂ ਹੈ। ਸਪੀਕਿੰਗ ਦੇ ਟੈਸਟ ਦੇ ਟਾਈਮ ਬਿਲਕੁਲ ਕੰਸਨਟਰੇਟ ਕਰਕੇ ਆਪਣੀ ਸਪੀਕਿੰਗ ਟੈਸਟ ਨੂੰ ਕਰੈਕ ਕਰਕੇ ਆਉਣਾ ਹੈ। ਪ੍ਰੈਕਟਿਸ ਵਿਦ ਫਰੈਂਡ, ਜਿੰਨਾ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਦੇਖੋ ਸਪੀਕਿੰਗ ਇਹੋ ਜਿਹਾ ਮੋਡਿਊਲ ਹੈ ਜਿਹਨੂੰ ਤੁਸੀਂ ਜਿੰਨਾ ਜ਼ਿਆਦਾ ਕਮਿਊਨੀਕੇਟ ਕਰੋਗੇ, ਜਿੰਨਾ ਜ਼ਿਆਦਾ ਪ੍ਰੈਕਟਿਸ ਕਰੋਗੇ ਓਨਾ ਹੀ ਅੱਛੇ ਤੁਸੀਂ ਇਹਦੇ ਵਿੱਚ ਹੋਵੋਗੇ, ਠੀਕ ਹੈ। ਸੋ ਜੇ ਤੁਹਾਡੇ ਕੋਲ ਕੋਈ ਫਰੈਂਡ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਡੇਲੀ ਬੇਸਿਸ 'ਤੇ ਕਮਿਊਨੀਕੇਟ ਕਰ ਸਕੋ ਤਾਂ ਮਿਰਰ ਦੇ ਸਾਹਮਣੇ ਕਰਿਆ ਕਰੋ। ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਦਿਨ ਦੇ ਵਿੱਚ 1 ਘੰਟਾ ਤੁਸੀਂ ਸਿਰਫ ਸਪੀਕਿੰਗ ਦੀ ਪ੍ਰੈਕਟਿਸ ਆਪਣੇ ਇੰਸਟੀਟਿਊਟ 'ਚ ਕਰਕੇ ਆ ਰਹੇ ਹੋ, ਤੁਸੀਂ ਸਮਝ ਰਹੇ ਹੋ ਕਿ ਹਾਂਜੀ ਸਾਰਾ ਦਿਨ ਫਿਰ ਤੁਸੀਂ ਪੰਜਾਬੀ 'ਚ ਕਮਿਊਨੀਕੇਟ ਕਰ ਰਹੇ ਹੋ, ਫਿਰ ਤੁਸੀਂ ਅੱਗੋਂ ਐਕਸਪੈਕਟ ਕਰਦੇ ਹੋ ਕਿ ਸਾਨੂੰ ਬੈਂਡ ਸਕੋਰ 7 ਆਉਣਾ ਚਾਹੀਦਾ ਹੈ, ਤਾਂ ਐਵੇਂ ਬੈਂਡ ਸਕੋਰ 7 ਨਹੀਂ ਆਏਗਾ। ਵੱਧ ਤੋਂ ਵੱਧ ਇਸ ਦੀ ਪ੍ਰੈਕਟਿਸ ਕਰਿਆ ਕਰੋ। ਆਈ ਕੌਂਟੈਕਟ ਇਜ਼ ਮਸਟ, ਜਿੰਨਾ ਤੁਸੀਂ ਐਗਜ਼ਾਮੀਨਰ ਦੇ ਨਾਲ ਆਈ ਕੌਂਟੈਕਟ ਬਣਾ ਕੇ ਆਪਣੀ ਸਪੀਕਿੰਗ ਨੂੰ ਆਪਣਾ ਟੈਸਟ ਦੇ ਕੇ ਆਓਗੇ, ਐਗਜ਼ਾਮੀਨਰ ਦੇ ਸਾਹਮਣੇ ਇਹ ਚੀਜ਼ ਪੋਜ਼ੀਟਿਵ ਜਾਂਦੀ ਹੈ ਕਿ ਬੱਚਾ ਕੌਨਫੀਡੈਂਟ ਹੈ। ਜਿੰਨਾ ਤੁਸੀਂ ਅੱਖਾਂ ਚਾਰੇ ਪਾਸੇ ਘੁੰਮਾ ਕੇ ਬੋਲੋਗੇ, ਐਗਜ਼ਾਮੀਨਰ ਦੇ ਵੱਲ ਨਹੀਂ ਨਿਗਾਹ ਰੱਖੋਗੇ ਤਾਂ ਇੱਥੋਂ ਇਹ ਕਲੀਅਰ ਹੋਏਗਾ ਕਿ ਤੁਸੀਂ ਇਸ ਤੋਂ ਡਰ ਰਹੇ ਹੋ, ਤੁਸੀਂ ਨਰਵਸ ਹੋ ਰਹੇ ਹੋ। ਸੋ ਤੁਸੀਂ ਬਿਲਕੁਲ ਆਈ ਕੌਂਟੈਕਟ ਬਣਾ ਕੇ ਰੱਖਣਾ ਹੈ, ਇਹਦੇ ਨਾਲ ਪਤਾ ਲੱਗਦਾ ਕਿ ਆਪਾਂ ਕਿੰਨੇ ਜ਼ਿਆਦਾ ਕੌਨਫੀਡੈਂਟ ਹਾਂ।
फेस गैस्चर हो गया, बॉडी ਜੈਸਚਰ ਹੋ ਗਏ ਆਪਣੇ, ਠੀਕ ਹੈ, ਔਰ ਫੇਸ ਦੇ ਐਕਸਪ੍ਰੈਸ਼ਨ, ਇਹ ਸਾਰਾ ਕੁਝ ਮੈਟਰ ਕਰਦਾ। ਜਦੋਂ ਹੁਣ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ, ਜੇ ਆਪਾਂ ਕਿਸੇ ਨੂੰ ਐਕਸਪ੍ਰੈਸ਼ਨ ਦੇ ਕੇ ਨਹੀਂ ਗੱਲ ਕਰ ਰਹੇ ਤਾਂ ਉਹ ਤੁਸੀਂ ਖੁਦ ਇਸ ਚੀਜ਼ ਨੂੰ ਸੋਚ ਸਕਦੇ ਹੋ ਕਿ ਕਿੱਦਾਂ ਲੱਗਦਾ ਹੈ। ਤਾਂ ਜਦੋਂ ਆਪਾਂ ਕਿਸੇ ਬੰਦੇ ਨਾਲ ਪੂਰਾ ਇੰਟਰਸਟ ਲੈ ਕੇ ਗੱਲ ਕਰ ਰਹੇ ਹਾਂ, ਉਹਨੂੰ ਐਕਸਪਲੇਨ ਕਰ ਰਹੇ ਹਾਂ ਆਪਣੇ ਆਈਡੀਆਜ਼ ਨੂੰ, ਤਾਂ ਉਹ ਚੀਜ਼ ਦਾ ਅੱਛਾ ਉਹਨਾਂ ਦੇ ਸਾਹਮਣੇ ਇੰਪ੍ਰੈਸ਼ਨ ਪੈਂਦਾ ਹੈ। ਟਰਾਈ ਟੂ ਇਮੈਜਿਨ ਯੂਅਰ ਸੈਲਫ ਲਾਈਕ ਲਿੰਕ ਯੂਅਰ ਸੈਲਫ। ਜਦੋਂ ਤੁਹਾਨੂੰ ਕਈ ਵਾਰੀ ਕਿਊ ਕਾਰਡ ਆਉਂਦਾ ਹੈ ਜਿਹਦੇ ਵਿੱਚ ਤੁਹਾਡੇ ਕੋਲ ਆਈਡੀਆਜ਼ ਨਹੀਂ ਆਉਂਦੇ ਹੈਗੇ, ਤਾਂ ਉੱਥੇ ਤੁਸੀਂ ਖੁਦ ਆਪਣੇ ਆਪ ਨੂੰ ਇਮੈਜਿਨ ਕਰਿਆ ਕਰੋ ਕਿ ਜੇ ਇਹ ਵਾਲੀ ਸਿਚੁਏਸ਼ਨ ਦੇ ਵਿੱਚ ਮੈਂ ਹੁੰਦਾ ਤਾਂ ਮੈਂ ਇੱਥੇ ਕੀ ਕਰਦਾ, ਠੀਕ ਹੈ। ਤਾਂ ਸਪੀਕਿੰਗ ਦੇ ਵਿੱਚ ਇਹ ਸਾਰਾ ਕੁਝ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਸਪੀਕਿੰਗ ਦੀ ਪ੍ਰੈਕਟਿਸ ਵੀ ਕਰ ਰਹੇ ਹੋ ਜਾਂ ਫਿਰ ਤੁਸੀਂ ਆਪਣੇ ਫਾਈਨਲ ਟੈਸਟ ਵਾਸਤੇ ਸਪੀਕਿੰਗ ਦੇਣ ਜਾ ਰਹੇ ਹੋ। ਸੋ ਹੋਪਫੁਲੀ ਤੁਹਾਨੂੰ ਇਹ ਚੀਜ਼ਾਂ ਸਾਰੇ ਸਮਝ ਆਉਣਗੇ ਔਰ ਤੁਸੀਂ ਆਪਣੀ ਸਪੀਕਿੰਗ ਦੀ ਪ੍ਰੋਪਰ ਵੇ ਨਾਲ ਪ੍ਰੈਕਟਿਸ ਕਰੋਗੇ। ਬੈਸਟ ਆਫ ਲੱਕ ਆਲ ਆਫ ਯੂ। ਥੈਂਕ ਯੂ ਸੋ ਮਚ।